ਕਦੋਂ ਮੁੱਕੇਗੀ ਪੰਜਾਬੀਆਂ ਦੀ ਕੈਨੇਡਾ ਦੇ ਹਵਾਈ ਸਫ਼ਰ ਬਾਬਤ ਖੱਜਲ ਖੁਆਰੀ। ਅੰਮ੍ਰਿਤਸਰ ਤੋਂ ਲੰਡਨ ਬਰਮਿੰਗਮ ਫਲਾਈਟਸ ਹਾਲੇ ਵੀ ਚੱਲ ਰਹੀਆਂ ਨੇ। ਕਾਫੀ ਕਹਿ ਰਹੇ ਨੇ ਕਿ 에ਅਰ ਕੈਨੇਡਾ ਦੀਆਂ ਲੰਡਨ ਤੋਂ ਵੈਂਕੂਵਰ ਤੇ ਟੋਰਾਂਟੋ ਤੇ ਕੈਲਗਰੀ ਫਲਾਈਟਸ ਹੁੰਦੀਆਂ ਨੇ, ਕਿਉਂ ਨਹੀਂ ਉਹ ਉਹਦੇ ਨਾਲ ਕੋਡ ਸ਼ੇਅਰ ਕਰਦੇ? ਸਟਾਰ ਅਲਾਈਅੰਸ ਪਾਰਟਨਰ ਨੇ, ਕਿਉਂ ਨਹੀਂ ਕਰ ਰਹੇ? ਜੇਕਰ ਕਰਦੇ ਨੇ ਤੇ ਸਿੱਧੀਆਂ ਜਿਹੜੀਆਂ ਫਲਾਈਟਸ ਨੇ ਉਹ 'ਚ ਟ੍ਰੈਫਿਕ ਜਿਹੜੀ ਹੈ ਕੁਝ ਐਨ ਹੋ ਜਾਏਗੀ। ਬੀਤੇ 2 ਸਤੰਬਰ ਨੂੰ ਜਦੋਂ ਜਰਮਨੀ ਵਿੱਚ ਪਾਇਲਟਸ ਦੀ ਸਟ੍ਰਾਈਕ ਹੋਈ ਤੇ ਉਹਨਾਂ ਦੀ 에ਅਰਲਾਈਨ ਲੁਫਥਾਂਜ਼ਾ ਨੂੰ ਆਪਣੀਆਂ 700 ਕਿ ਤਕਰੀਬਨ 800 ਉਡਾਨਾਂ ਜਿਹੜੀਆਂ ਨੇ ਉਹ ਕੈਂਸਲ ਕਰਨੀਆਂ ਪਈਆਂ ਤੇ ਇਸੇ ਕਾਰਨ ਉਹਨਾਂ ਦੀ ਦਿੱਲੀ ਤੋਂ ਫਰੈਂਕਫਰਟ ਤੇ ਮਿਊਨਿਖ ਦੀ ਉਡਾਨ ਕੈਂਸਲ ਹੋ ਗਈ। ਕੈਂਸਲ ਹੋਣ ਨਾਲ ਜੋ ਅਸਰ ਹੋਣਾ ਸੀ ਉਹ ਇਹਨਾਂ ਤਸਵੀਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਕੋਈ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨਹੀਂ ਨੇ, ਇਹ ਦਿੱਲੀ ਹਵਾਈ ਅੱਡੇ ਦੀਆਂ ਨੇ। ਉੱਥੇ ਜਦੋਂ ਇਹ ਨਾਅਰੇਬਾਜ਼ੀ ਸ਼ੁਰੂ ਹੋਈ, ਟੀਵੀ ਸਕਰੀਨ ਤੇ ਟੀਵੀ ਤੇ ਚੈਨਲਾਂ ਤੇ ਇਹ ਸਾਰੇ ਦ੍ਰਿਸ਼ ਵੀ ਆਏ ਤੇ ਇਹ 'ਚ ਦੇਖਣ ਲਈ ਇੱਕ ਮੇਨ ਚੀਜ਼ ਕੀ ਹੈ, ਉਹ ਹੈ ਕਿ ਬਹੁਤੀ ਗਿਣਤੀ ਇਹਨਾਂ 'ਚ ਨਜ਼ਰ ਆ ਰਹੀ ਹੈ ਨੌਜਵਾਨਾਂ ਦੀ ਹੈ ਤੇ ਇਹ ਨੌਜਵਾਨ ਜਿਹੜੇ ਨੇ ਪੰਜਾਬ ਤੋਂ, ਖਾਸ ਕਰਕੇ ਪੰਜਾਬੀ ਜਿਹੜੇ ਨੇ ਨਜ਼ਰ ਆ ਰਹੇ ਨੇ ਤੇ ਬਾਹਰ ਉਹਨਾਂ ਦੇ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਨਾਅਰੇਬਾਜ਼ੀ ਕਰ ਰਹੇ ਨੇ 에ਅਰਲਾਈਨ ਦੇ ਖਿਲਾਫ ਕਿ ਸਾਨੂੰ ਉੱਥੇ ਪਹੁੰਚਾਇਆ ਜਾਵੇ। ਕਿਉਂ ਪਹੁੰਚਾਇਆ ਜਾਵੇ? ਕਿਉਂਕਿ ਬੱਚਿਆਂ ਦੇ ਕਾਲਜਾਂ ਵਿੱਚ ਕੈਨੇਡਾ ਦੇ ਕਲਾਸਾਂ ਸ਼ੁਰੂ ਹੋਣੀਆਂ ਨੇ। ਸੋ ਜੇਕਰ ਅੰਮ੍ਰਿਤਸਰ ਤੋਂ ਸਿੱਧਾ ਜਾਣਾ ਹੈ, ਦਿੱਲੀ ਰਾਹੀਂ ਨਹੀਂ, ਤੇ ਅੰਮ੍ਰਿਤਸਰ ਤੋਂ ਦੋਹਾ ਤੇ ਦੋਹਾ ਤੋਂ ਟੋਰਾਂਟੋ 에ਅਰ ਕੈਨੇਡਾ ਨੇ ਫਲਾਈਟ ਸ਼ੁਰੂ ਕੀਤੀ ਹੈ। ਸਾਲ ਹੋ ਗਿਆ ਹੈ। ਤੁਸੀਂ 19 ਘੰਟਿਆਂ 'ਚ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਇਸੇ ਤਰ੍ਹਾਂ ਟੋਰਾਂਟੋ ਤੋਂ ਅੰਮ੍ਰਿਤਸਰ ਪਹੁੰਚ ਜਾਓਗੇ। ਸਮਾਨ ਵੀ ਅੰਮ੍ਰਿਤਸਰ ਤੇ ਇਮੀਗ੍ਰੇਸ਼ਨ ਵੀ ਅੰਮ੍ਰਿਤਸਰ। ਸਕੂਟ ਨੇ ਅੰਮ੍ਰਿਤਸਰ ਸਿੰਗਾਪੁਰ ਤੇ ਸਿੰਗਾਪੁਰ ਵੈਂਕੂਵਰ, ਸਿੰਗਾਪੁਰ 에ਅਰਲਾਈਨ ਜਿਹੜੀ ਹੈ ਸਿਰਫ 2 ਘੰਟੇ ਦੇ ਟਾਈਮ ਤੋਂ ਬਾਅਦ ਤੁਹਾਨੂੰ ਫਲਾਈਟ ਦੇ ਰਹੀ ਹੈ। ਦੱਸਿਆ ਸਤੰਬਰ ਦੀਆਂ ਟਿਕਟਾਂ ਨਹੀਂ ਮਿਲ ਰਹੀਆਂ, ਪਰ ਬਾਅਦ ਵਿੱਚ ਮਿਲ ਰਹੀਆਂ ਹੈ ਮਾਰਚ ਦੇ ਐਂਡ ਤੱਕ। ਵਾਪਸੀ ਤੇ ਜ਼ਰੂਰ ਮੁਸ਼ਕਲ ਆ ਰਹੀ ਹੈ ਜਿੱਥੇ ਸਟੇ ਬਹੁਤ ਜ਼ਿਆਦਾ ਹੈ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਜੇ ਤੇ ਤੁਸੀਂ ਸਿਆਟਲ ਤੋਂ ਵੀ ਫਲਾਈਟ ਲੈ ਸਕਦੇ ਜੇ, ਕਤਰ 에ਅਰਵੇਜ਼ ਦੀ ਸਿਆਟਲ ਦੋਹਾ, ਦੋਹਾ ਅੰਮ੍ਰਿਤਸਰ ਤੇ ਸਿੰਗਾਪੁਰ 에ਅਰਲਾਈਨ ਦੀ ਵੀ। ਕਦੋਂ ਮੁੱਕੇਗੀ ਪੰਜਾਬੀਆਂ ਦੀ ਕੈਨੇਡਾ ਦੇ ਹਵਾਈ ਸਫ਼ਰ ਬਾਬਤ ਖੱਜਲ ਖੁਆਰੀ? ਕਦੋਂ ਤੱਕ ਦਿੱਲੀ ਤੋਂ ਖੱਜਲ ਖੁਆਰ ਹੋ ਕੇ ਪੰਜਾਬੀਆਂ ਨੂੰ, ਭਾਵੇਂ ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ ਜਾਂ ਅਮਰੀਕਾ ਹੋਵੇ ਜਾਂ ਹੋਰ ਮੁਲਕ ਹੋਣ, ਪੰਜਾਬੀਆਂ ਨੂੰ ਜਾਣਾ ਪਏਗਾ? ਕਦੋਂ ਤੱਕ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਗੁਰੂ ਕੀ ਨਗਰੀ ਅੰਮ੍ਰਿਤਸਰ, ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਵਸਾਈ ਗਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਭ ਤੋਂ ਪੰਜਾਬ ਦੇ ਵੱਡੇ ਹਵਾਈ ਅੱਡੇ ਤੋਂ ਜਿਹੜੀਆਂ ਉਡਾਨਾਂ ਨੇ ਸਿੱਧੀਆਂ ਕੈਨੇਡਾ ਨੂੰ ਕਦੋਂ ਸ਼ੁਰੂ ਹੋਣਗੀਆਂ? ਇਹ ਸਵਾਲ ਬਹੁਤ ਨੇ, ਬਹੁਤ ਦੇਰ ਤੋਂ ਇਹ ਸਵਾਲ ਕੀਤਾ ਵੀ ਜਾ ਰਿਹਾ ਹੈ। ਕਿਉਂ ਨਹੀਂ ਸ਼ੁਰੂ ਹੋ ਰਹੀਆਂ? ਕੀ ਕਾਰਨ ਨੇ? ਕੌਣ ਰੋਕਦਾ ਹੈ? ਕਿ ਦਿੱਲੀ ਤੋਂ ਜਿਹੜਾ 에ਅਰਪੋਰਟ ਹੈ GMR ਉਹ ਰੋਕਦੇ ਨੇ ਕਿ ਭਾਰਤ ਸਰਕਾਰ ਰੋਕਦੀ ਹੈ? ਸਵਾਲ ਬਹੁਤ ਨੇ ਪਰ ਜਵਾਬ ਹਾਲੇ ਤੱਕ ਨਹੀਂ ਹੈ। ਇਹੀ ਉਮੀਦ ਨਾਲ ਕਿ ਜਵਾਬ ਜ਼ਰੂਰ ਮਿਲੇਗਾ। ਕੁਝ ਦਿਨ ਪਹਿਲਾਂ ਅਸੀਂ ਜਦੋਂ ਦੇਖਿਆ ਕਿ ਅੰਕੜੇ ਜਿਹੜੇ ਪਹਿਲਾਂ ਵੀ ਕਹਿੰਦੇ ਨੇ 40% ਲੋਕ ਜਿਹੜੇ ਨੇ ਉਹ ਪੰਜਾਬ ਤੋਂ ਦਿੱਲੀ ਤੋਂ ਜਾਂਦੇ ਨੇ, ਕੈਨੇਡਾ ਲਈ ਅਸੀਂ ਕਹਿ ਰਹੇ ਹਾਂ ਤਕਰੀਬਨ 70 ਤੋਂ 80% ਹੈ। ਤੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਦਿਖਾ ਰਹੀਆਂ ਨੇ, ਇਹ ਤਸਵੀਰਾਂ ਹਨ ਬੀਤੇ 2 ਸਤੰਬਰ ਨੂੰ ਜਦੋਂ ਜਰਮਨੀ ਵਿੱਚ ਪਾਇਲਟਸ ਦੀ ਸਟ੍ਰਾਈਕ ਹੋਈ ਤੇ ਉਹਨਾਂ ਦੀ 에ਅਰਲਾਈਨ ਲੁਫਥਾਂਜ਼ਾ ਨੂੰ ਆਪਣੀਆਂ 700 ਕਿ ਤਕਰੀਬਨ 800 ਉਡਾਨਾਂ ਜਿਹੜੀਆਂ ਨੇ ਉਹ ਕੈਂਸਲ ਕਰਨੀਆਂ ਪਈਆਂ ਤੇ ਇਸੇ ਕਾਰਨ ਉਹਨਾਂ ਦੀ ਦਿੱਲੀ ਤੋਂ ਫਰੈਂਕਫਰਟ ਤੇ ਮਿਊਨਿਖ ਦੀ ਉਡਾਨ ਕੈਂਸਲ ਹੋ ਗਈ। ਕੈਂਸਲ ਹੋਣ ਨਾਲ ਜੋ ਅਸਰ ਹੋਣਾ ਸੀ ਉਹ ਇਹਨਾਂ ਤਸਵੀਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਕੋਈ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨਹੀਂ ਨੇ, ਇਹ ਦਿੱਲੀ ਹਵਾਈ ਅੱਡੇ ਦੀਆਂ ਨੇ। ਉੱਥੇ ਜਦੋਂ ਇਹ ਨਾਅਰੇਬਾਜ਼ੀ ਸ਼ੁਰੂ ਹੋਈ, ਟੀਵੀ ਸਕਰੀਨ ਤੇ ਟੀਵੀ ਤੇ ਚੈਨਲਾਂ ਤੇ ਇਹ ਸਾਰੇ ਦ੍ਰਿਸ਼ ਵੀ ਆਏ ਤੇ ਇਹ 'ਚ ਦੇਖਣ ਲਈ ਇੱਕ ਮੇਨ ਚੀਜ਼ ਕੀ ਹੈ, ਉਹ ਹੈ ਕਿ ਬਹੁਤੀ ਗਿਣਤੀ ਇਹਨਾਂ 'ਚ ਨਜ਼ਰ ਆ ਰਹੀ ਹੈ ਨੌਜਵਾਨਾਂ ਦੀ ਹੈ ਤੇ ਇਹ ਨੌਜਵਾਨ ਜਿਹੜੇ ਨੇ ਪੰਜਾਬ ਤੋਂ, ਖਾਸ ਕਰਕੇ ਪੰਜਾਬੀ ਜਿਹੜੇ ਨੇ ਨਜ਼ਰ ਆ ਰਹੇ ਨੇ ਤੇ ਬਾਹਰ ਉਹਨਾਂ ਦੇ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਨਾਅਰੇਬਾਜ਼ੀ ਕਰ ਰਹੇ ਨੇ 에ਅਰਲਾਈਨ ਦੇ ਖਿਲਾਫ ਕਿ ਸਾਨੂੰ ਉੱਥੇ ਪਹੁੰਚਾਇਆ ਜਾਵੇ। ਕਿਉਂ ਪਹੁੰਚਾਇਆ ਜਾਵੇ? ਕਿਉਂਕਿ ਬੱਚਿਆਂ ਦੇ ਕਾਲਜਾਂ ਵਿੱਚ ਕੈਨੇਡਾ ਦੇ ਕਲਾਸਾਂ ਸ਼ੁਰੂ ਹੋਣੀਆਂ ਨੇ। 2-2, 2.5 ਲੱਖ, 3 ਲੱਖ ਰੁਪਏ ਦੀਆਂ ਟਿਕਟਾਂ ਜਿਹੜੀਆਂ ਨੇ ਉਹ ਖਰਚ ਕੇ ਇਹ ਦਿੱਲੀ ਨੂੰ ਪਹੁੰਚੇ ਨੇ। ਉਹਨਾਂ ਨੂੰ ਕਿਸੇ ਹੋਰ ਫਲਾਈਟ ਸਾਨੂੰ ਲੈ ਕੇ ਜਾਇਆ ਜਾਵੇ, ਅਸੀਂ ਉੱਥੇ ਪਹੁੰਚਣਾ ਹੈ। ਜੇਕਰ 3 ਲੱਖ ਖਰਚ ਕੇ ਵੀ ਸਾਨੂੰ ਇੱਥੋਂ ਬਾਹਰ ਨਹੀਂ ਪਹੁੰਚਾਇਆ ਜਾ ਸਕਦਾ, ਕਿਉਂ ਸਾਨੂੰ ਤੁਸੀਂ ਇੰਨਾ ਖੱਜਲ ਖੁਆਰ ਕਰ ਰਹੇ ਹੋ?
ਸੋ ਇਹ ਸਵਾਲ ਸਨ, ਇਹ ਸਵਾਲ ਵੀ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਪਰ ਇਹ ਸਾਬਤ ਹੋ ਗਿਆ ਕਿ ਜਿਹੜੀ ਇਹ ਟ੍ਰੈਫਿਕ ਆਉਂਦੀ ਹੈ, ਜਿਹੜੀਆਂ 에ਅਰਲਾਈਨਸ 에ਅਰ ਕੈਨੇਡਾ ਜਦੋਂ ਸਾਡੀਆਂ ਮੀਟਿੰਗਾਂ ਹੋਈਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀਆਂ, ਕਹਿੰਦੀਆਂ ਨੇ ਕਿ ਇਹ ਟ੍ਰੈਫਿਕ ਜਿਹੜੀ ਸਾਡੇ 에ਅਰਲਾਈਨ ਤੇ ਜਾ ਕੇ ਦਿੱਲੀ ਜਾਂ ਹੋਰ ਅੰਮ੍ਰਿਤਸਰ ਨਹੀਂ ਜਾ ਰਹੀ, ਪਰ ਅਸੀਂ ਜਦੋਂ ਕਹਿ ਰਹੇ ਹਾਂ ਕਿ ਇਹ ਟ੍ਰੈਫਿਕ ਦੇਖੋ ਸਾਰੀ ਪੰਜਾਬ ਤੋਂ ਆ ਰਹੀ ਹੈ। ਸੋ 2 ਲੱਖ ਰੁਪਏ ਦੀ ਟਿਕਟ ਖਰਚੀ ਹੈ। ਕਿਉਂ ਖਰਚੀ ਹੈ? ਅਗਸਤ ਤੇ ਸਤੰਬਰ ਦੀਆਂ ਡਿਮਾਂਡ ਜ਼ਿਆਦਾ ਹੈ ਪਰ ਅਵੇਲੇਬਿਲਿਟੀ ਘੱਟ ਹੈ। ਫਲਾਈਟਸ ਹਾਲੇ ਚਾਈਨਾ ਹੋਰ 에ਅਰਲਾਈਨਸ ਦੀਆਂ ਇੰਨੀਆਂ ਸ਼ੁਰੂ ਨਹੀਂ ਹੋਈਆਂ ਤੇ ਇਸ ਕਰਕੇ ਵੀ ਜਿਹੜਾ ਹੈ ਉਹ ਜਿਹੜੀਆਂ ਟਿਕਟਾਂ ਨੇ ਉਹ ਬਹੁਤ ਮਹਿੰਗੀਆਂ ਨੇ। ਕੋਵਿਡ ਦੌਰਾਨ ਵੀ, ਕੋਵਿਡ ਤੋਂ ਜਦੋਂ ਲਾਕਡਾਊਨ ਲੱਗਾ ਤੇ ਅੰਮ੍ਰਿਤਸਰ ਤੋਂ 7,500 ਯਾਤਰੀ ਗਏ, ਉਹਨਾਂ ਯਾਤਰੀਆਂ ਨੂੰ $3500 ਖਰਚਣਾ ਪਿਆ ਮਿਨੀਮਮ। $5,000 ਵੀ ਖਰਚਿਆ, ਕਿਸੇ ਨੇ 6,000 ਖਰਚਿਆ, ਕੋਈ ਕਤਰ ਤੋਂ ਦੋਹਾ ਰਾਹੀਂ ਫਿਰ ਉਹ ਜਿਹੜੀਆਂ ਵਿਸ਼ੇਸ਼ ਫਲਾਈਟਸ ਹਨ ਗਏ। 140 ਕਰੋੜ ਰੁਪਇਆ ਬਣਦਾ ਹੈ ਜੇਕਰ ਅਸੀਂ 7,500 ਨੂੰ 3500 ਨਾਲ ਵੀ ਗੁਣਾ ਕਰੀਏ। 140 ਕਰੋੜ ਰੁਪਇਆ ਸਿਰਫ ਤਕਰੀਬਨ 18 ਕੇ 20 ਫਲਾਈਟਸ ਜਿਹੜੀਆਂ ਸਨ ਉਹ ਜਿਹੜੀ ਕਤਰ 에ਅਰਵੇਜ਼ ਦੀਆਂ ਜਿਹੜੀਆਂ ਸਨ ਉਹ ਆਪਰੇਟ ਹੋਈਆਂ। ਹੁਣ ਜੇਕਰ ਇਹ ਜਿਹੜੀ ਫਲਾਈਟ ਸੀ 700 ਯਾਤਰੀ ਜਿਹੜੇ ਸਨ ਉਹ ਇਫੈਕਟ ਹੋਏ, ਉਹਦੇ ਵਿੱਚੋਂ ਸਾਰੇ ਕਈ ਜਿਹੜੇ ਸਨ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਵੀ 에ਅਰ ਇੰਡੀਆ ਵਿਸਤਾਰਾ ਦੀਆਂ ਫਲਾਈਟਸ ਲੈ ਕੇ ਦਿੱਲੀ ਪਹੁੰਚੇ ਸਨ ਤੇ ਨਾਲ ਦੀ ਨਾਲ ਜਿਹੜੇ ਬਾਕੀ ਬਾਈ ਰੋਡ ਆਏ ਸਨ। ਪਰ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਇਹ ਜਿਹੜੀ ਸਾਰੀ ਟ੍ਰੈਫਿਕ ਹੈ ਪੰਜਾਬ ਦੀ ਹੈ। ਇਹੀ ਨਹੀਂ, ਸਕੂਟ 에ਅਰਲਾਈਨ ਜਿਹੜੀ ਅੰਮ੍ਰਿਤਸਰ ਸਿੰਗਾਪੁਰ ਜਾਂਦੀ ਹੈ ਤੇ ਸਿੰਗਾਪੁਰ ਵੈਂਕੂਵਰ ਆਪਣੀ ਸਿੰਗਾਪੁਰ 에ਅਰਲਾਈਨ ਨਾਲ ਕਨੈਕਟ ਕਰਦੀ ਸੀ। ਜਦੋਂ ਜੁਲਾਈ 'ਚ ਅਸੀਂ ਇਹ ਦੱਸਿਆ ਤੇ ਉਹਨਾਂ ਦੀਆਂ ਅਗਸਤ ਸਤੰਬਰ ਦੀਆਂ ਟਿਕਟਾਂ ਵੀ ਜਿਹੜੀਆਂ ਸਨ ਸਿੰਗਾਪੁਰ ਵੈਂਕੂਵਰ ਰੂਟ ਦੀਆਂ ਹਫਤੇ ਦੇ 3 ਦਿਨ ਫਲਾਈਟਾਂ ਉਹ ਵੀ ਪੂਰੀਆਂ ਸੋਲਡ ਆਊਟ ਸਨ। ਸੋ ਇਹ ਜਿਹੜੀਆਂ ਟਿਕਟਾਂ ਨੇ ਜਿੱਥੋਂ ਵੀ ਕਿਤੇ ਹੋਏ, ਕੋਈ ਵੀ ਹੋਵੇ, ਪੰਜਾਬੀ ਜਿਹੜੇ ਨੇ ਉਹ ਕੈਨੇਡਾ ਨੂੰ ਜਾਣ ਲਈ, ਨੌਜਵਾਨ ਸਾਡਾ ਇਸੇ ਤਰ੍ਹਾਂ ਉਹਨਾਂ ਨੂੰ ਲੈ ਜਾਓ, ਅਸੀਂ ਪਹੁੰਚ ਜਾਈਏ ਕੈਨੇਡਾ ਨੂੰ। ਇਹ ਹਾਲਾਤ ਕਿਉਂ ਕ੍ਰੀਏਟ ਹੋਏ ਨੇ, ਕਿੰਨੇ ਕੀਤੇ ਨੇ, ਇਹ ਤੇ ਵੱਖਰਾ ਵਿਸ਼ਾ ਹੈ। ਪਰ ਜੇਕਰ ਉਹਨਾਂ ਨੂੰ ਜਾਣਾ ਹੈ ਤੇ ਹਵਾਈ ਸਫ਼ਰ ਵਿੱਚ ਵੀ ਕੋਵਿਡ ਦੇ ਦੌਰਾਨ ਜਦੋਂ ਕੁਝ ਲਿਮਿਟਿਡ ਫਲਾਈਟਸ ਸ਼ੁਰੂ ਹੋਈਆਂ, ਕਿਵੇਂ ਸਪੈਸ਼ਲ ਚਾਰਟਰ ਫਲਾਈਟਸ ਜਾਂ ਹੋਰਨਾਂ ਰਾਹੀਂ ਕੋਈ ਸਰਬੀਆ ਥਾਣੀ, ਕੋਈ ਕਿਤੇ ਕੁਆਰੰਟੀਨ ਹੋ ਕੇ ਕੈਨੇਡਾ ਨੂੰ ਪਹੁੰਚਦਾ ਰਿਹਾ। ਇਹੀ ਨਹੀਂ, 31 ਅਗਸਤ ਨੂੰ ਇੱਕ ਵਿਸ਼ੇਸ਼ ਉਡਾਨ ਜਿਹੜੀ ਹੈ ਇਟਲੀ ਨੂੰ, ਜਿਹੜੀ ਕਿ ਨਿਓਜ਼ 에ਅਰਲਾਈਨ ਦੀਆਂ ਬਹੁਤ ਚਾਰਟਰ ਫਲਾਈਟ, ਸਪਾਈਸ ਜੈਟ, ਇੰਡੀਗੋ, ਤਕਰੀਬਨ 700 ਤੋਂ ਵੱਧ ਫਲਾਈਟਸ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਰੋਮ ਤੇ ਮਿਲਾਨ ਲਈ ਆਪਰੇਟ ਹੋ ਚੁੱਕੀਆਂ ਨੇ ਸਤੰਬਰ 2000 ਤੋਂ। ਤੇ ਇਟਲੀ ਦੀ 에ਅਰਲਾਈਨ ਨਿਓਜ਼ ਦੀਆਂ ਚਾਰਟਰ ਫਲਾਈਟਸ ਵੀ ਜਿਹੜੀਆਂ ਨੇ ਕੁਝ ਟਰੈਵਲ ਕੰਪਨੀਜ਼ ਵੱਲੋਂ ਜਿਹੜੀਆਂ ਨੇ ਆਪਰੇਟ ਕੀਤੀਆਂ ਜਾ ਰਹੀਆਂ ਨੇ। ਤੇ 31 ਅਗਸਤ ਨੂੰ 2 ਫਲਾਈਟਸ ਜਿਹੜੀਆਂ ਨੇ ਸਪਾਈਸ ਜੈਟ ਦੀਆਂ ਉਹ ਮਿਲਾਨ ਪਹੁੰਚੀਆਂ ਤੇ ਉੱਥੋਂ ਨਿਓਜ਼ 에ਅਰਲਾਈਨ ਨੇ, ਇਹ ਤਸਵੀਰਾਂ ਨੇ, ਇੱਥੇ ਵੀ ਨਜ਼ਰ ਆ ਰਿਹਾ ਹੈ ਜਹਾਜ਼ ਜਿਹੜਾ ਹੈ, ਨਿਓਜ਼ 에ਅਰਲਾਈਨ ਨੇ ਸਪੈਸ਼ਲ ਚਾਰਟਰ ਫਲਾਈਟ ਫਸਟ ਟਾਈਮ ਮਿਲਾਨ ਤੋਂ ਜਿਹੜੀ ਹੈ ਟੋਰਾਂਟੋ ਲਈ ਆਪਰੇਟ ਕੀਤੀ। ਮੀਡੀਆ ਵਿੱਚ ਵੀ, ਸੋਸ਼ਲ ਮੀਡੀਆ ਤੇ ਆ ਰਿਹਾ ਸੀ 1.5 ਲੱਖ ਦੀ 2 ਲੱਖ ਦੀ ਟਿਕਟ ਅੰਮ੍ਰਿਤਸਰ ਤੋਂ ਜਿਹੜੀ ਹੈ, ਚੰਗੀ ਗੱਲ ਹੈ। ਉਹ ਫਿਰ ਲੋਕ ਅੰਮ੍ਰਿਤਸਰ ਤੋਂ ਮਿਲਾਨ ਤੇ ਮਿਲਾਨ ਤੋਂ ਫਿਰ ਨਿਓਜ਼ 에ਅਰਲਾਈਨ ਤੇ ਟੋਰਾਂਟੋ। ਇੱਕ 에ਅਰਲਾਈਨ ਨੇ ਵੀ ਆਪਣੀ ਪਹਿਲੀ ਵਾਰੀ ਇਤਿਹਾਸ ਬਣਾਇਆ ਜਦੋਂ ਉਹਨਾਂ ਨੇ ਪੰਜਾਬੀਆਂ ਦੇ ਸਿਰ ਤੇ ਹੀ ਇਟਲੀ ਤੋਂ, ਮਿਲਾਨ ਤੋਂ ਟੋਰਾਂਟੋ ਇਹ ਫਲਾਈਟ ਆਪਰੇਟ ਕੀਤੀ। ਸੋ ਸਭ ਕੁਝ ਜੇ ਪੰਜਾਬੀ ਹੀ ਚੜ ਰਹੇ ਨੇ, ਜੇ ਪੰਜਾਬ ਤੋਂ ਹੀ ਟ੍ਰੈਫਿਕ ਆ ਰਿਹਾ ਹੈ ਤੇ ਬਾਰ-ਬਾਰ ਸਵਾਲ ਫਿਰ ਆਉਂਦਾ ਹੈ ਕਦੋਂ ਮੁੱਕੇਗੀ ਸਾਡੀ ਖੱਜਲ ਖੁਆਰੀ, ਕਦੋਂ ਅਸੀਂ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਵੈਂਕੂਵਰ ਜਾ ਸਕਾਂਗੇ। ਇਹ ਸਵਾਲ ਸਾਨੂੰ ਵੀ ਪੁੱਛਦੇ ਨੇ ਬਹੁਤ ਸਾਰੇ। ਕੁਝ ਕੋਸ਼ਿਸ਼ਾਂ ਹੋ ਰਹੀਆਂ ਨੇ, ਹੋਈਆਂ ਵੀ, ਪਟੀਸ਼ਨ ਵੀ ਪਾਈ, ਬਹੁਤ ਕੁਝ ਕੀਤਾ, ਪਰ 에ਅਰਲਾਈਨਸ ਪ੍ਰਾਈਵੇਟ ਨੇ। ਅਸੀਂ ਜਿਹੜਾ ਸੁਣਿਆ ਹੈ ਉਹ ਉਹਨਾਂ ਤੱਕ ਪਹੁੰਚਾ ਸਕਦੇ ਹਾਂ, ਡਿਮਾਂਡ ਉਹਨਾਂ ਤੱਕ ਪਹੁੰਚਾ ਸਕਦੇ ਹਾਂ। ਡਿਮਾਂਡ ਪਹੁੰਚਾਈ ਵੀ ਗਈ। ਮੰਤਰੀ ਉਮਰ ਅਲਗਾਬਰਾ ਜਿਹੜੇ ਉੱਥੋਂ ਦੇ ਕੈਨੇਡਾ ਦੇ ਨੇ, MP ਸਹੋਤਾ, ਫਿਰ ਇੱਕ ਮੀਟਿੰਗ ਵੀ ਰੱਖੀ ਗਈ 에ਅਰ ਕੈਨੇਡਾ ਦੇ ਨਾਲ। ਸਤੰਬਰ 2019 ਵਿੱਚ ਵੀ ਇੱਕ ਮੀਟਿੰਗ ਕੀਤੀ ਗਈ ਸੀ। MP ਸਹੋਤਾ ਨੇ ਉਦੋਂ ਸਾਰਾ ਫੈਸਿਲੀਟੇਟ ਕੀਤਾ ਸੀਗਾ। ਉਦੋਂ ਇਹ ਪੁੱਛਦੇ ਸੀ ਕਿ ਬਿਜ਼ਨਸ ਕਲਾਸ ਪੋਟੈਂਸ਼ੀਅਲ ਕੀ ਹੈ, ਕਾਰਗੋ ਕੀ ਹੈ, ਕਿੰਨੀ ਸਵਾਰੀ ਸਾਨੂੰ ਪੂਰੇ ਸਾਲ ਮਿਲ ਸਕਦੀ ਹੈ। ਜਦ ਕਿਹਾ ਗਿਆ ਕਿ ਇਹ ਸਵਾਰੀ ਪੰਜਾਬ ਦੀ ਹੈ ਤੇ ਜੇ ਦਿੱਲੀੋਂ ਭਰ ਰਹੀ ਹੈ ਤੇ ਅੰਮ੍ਰਿਤਸਰੋਂ ਵੀ ਤੇ ਭਰੇਗੀ, ਸਗੋਂ ਜ਼ਿਆਦਾ ਭਰੇਗੀ। ਤੇ ਹੁਣ ਜਿਹੜੇ ਨੇ ਫਿਰ ਕੋਵਿਡ ਦੌਰਾਨ ਮਈ ਨੂੰ 2022 'ਚ ਫਿਰ ਮੀਟਿੰਗ ਕੀਤੀ ਗਈ, ਇਹ ਅੰਕੜੇ ਦਿੱਤੇ ਗਏ, ਫਿਰ ਬਹਾਨੇ ਮਾਰੇ ਗਏ 에ਅਰ ਕੈਨੇਡਾ ਵੱਲੋਂ। ਚਲੋ ਮਾਰ ਲੈਣ ਬਹਾਨੇ, ਪਰ ਇਹੀ ਜਾਪਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਮਜਬੂਰੀ ਹੈ, ਇਹਨਾਂ ਕੋਲ ਹੁਣ ਕੋਈ ਹੱਲ, ਹੋਰ ਕੋਈ ਪੋਸੀਬਿਲਿਟੀ ਨਹੀਂ ਹੈ। ਜਾਣਾ ਤੇ ਇਹਨਾਂ ਨੂੰ ਦਿੱਲੀੋਂ ਹੀ ਪੈਣਾ ਹੈ। ਤੇ ਜੇਕਰ 1-2 ਫਲਾਈਟਸ ਜਿਹੜੀਆਂ ਕਤਰ 에ਅਰਵੇਜ਼ ਦੀਆਂ ਮੌਂਟਰੀਅਲ ਨੂੰ ਜਾਂਦੀ ਹੈ, ਦੋਹਾ ਤੋਂ ਮੌਂਟਰੀਅਲ ਅੰਮ੍ਰਿਤਸਰ, ਉਹਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਟਿਕਟ ਬਹੁਤ ਮਹਿੰਗੀ ਹੋ ਜਾਂਦੀ ਹੈ, ਮਹਿੰਗੀ ਕੀ ਮਿਲਦੀ ਨਹੀਂ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜ਼ਰੂਰ ਇਹ ਸਵਾਲ
ਕਦੋਂ ਤੱਕ ਇਹ ਚੱਲਦਾ ਰਹੇਗਾ। 에ਅਰ ਕੈਨੇਡਾ ਤੱਕ ਤੇ ਪੂਰੀ ਕੋਸ਼ਿਸ਼ ਕਰ ਦਿੱਤੀ ਗਈ, ਗਾਂ 에ਅਰ ਇੰਡੀਆ ਨਾਲ ਵੀ ਲੋੜ ਹੈ। ਫਿਰ ਤੋਂ ਜਿਹੜਾ ਹੈ ਹੁਣ ਉਹ ਪ੍ਰਾਈਵੇਟਾਈਜ਼ ਹੋ ਗਈ ਹੈ। ਅੰਮ੍ਰਿਤਸਰ ਤੋਂ ਲੰਡਨ ਬਰਮਿੰਗਮ ਫਲਾਈਟਸ ਹਾਲੇ ਵੀ ਚੱਲ ਰਹੀਆਂ ਨੇ। ਕਾਫੀ ਕਹਿ ਰਹੇ ਨੇ ਕਿ 에ਅਰ ਕੈਨੇਡਾ ਦੀਆਂ ਲੰਡਨ ਤੋਂ ਵੈਂਕੂਵਰ ਤੇ ਟੋਰਾਂਟੋ ਤੇ ਕੈਲਗਰੀ ਫਲਾਈਟਸ ਹੁੰਦੀਆਂ ਨੇ, ਕਿਉਂ ਨਹੀਂ ਉਹ ਉਹਦੇ ਨਾਲ ਕੋਡ ਸ਼ੇਅਰ ਕਰਦੇ? ਸਟਾਰ ਅਲਾਈਅੰਸ ਪਾਰਟਨਰ ਨੇ, ਕਿਉਂ ਨਹੀਂ ਕਰ ਰਹੇ? ਜੇਕਰ ਕਰਦੇ ਨੇ ਤੇ ਸਿੱਧੀਆਂ ਜਿਹੜੀਆਂ ਫਲਾਈਟਸ ਨੇ ਉਹ 'ਚ ਟ੍ਰੈਫਿਕ ਜਿਹੜੀ ਹੈ ਕੁਝ ਐਨ ਹੋ ਜਾਏਗੀ। ਇੱਕ ਟਿਕਟ 2-2 ਲੱਖ ਉਹਨਾਂ ਲਈ ਬਹੁਤ ਕੀਮਤੀ ਹੈ। ਕੀਮਤੀ ਤੇ ਸਾਡੇ ਪੰਜਾਬੀਆਂ ਦਾ ਵੀ ਹੈ, ਸਵਾਰੀਆਂ ਦਾ ਵੀ ਹੈ। ਜਿਹੜਾ ਇੰਨਾ ਪੈਸਾ, ਜਿਹੜੀ ਇਹ ਫਲਾਈਟ ਕੈਂਸਲ ਹੋਈਆਂ 700 ਯਾਤਰੀ, 2 ਲੱਖ ਰੁਪਏ ਦੀ ਟਿਕਟ ਵੀ ਲਾਓ ਐਵਰੇਜ। ਇਸ ਸਕਰੀਨ ਤੇ ਦਿਖਾ ਰਹੇ ਹਾਂ ਕਿੰਨੇ ਦੀ ਟਿਕਟ ਇਸ ਵੇਲੇ ਅਵੇਲੇਬਲ ਹੈ। 에ਅਰ ਇੰਡੀਆ ਦੀ ਵੀ ਸਿੱਧੀ ਫਲਾਈਟ 6 ਕਰੋੜ ਰੁਪਇਆ ਇੱਕ ਫਲਾਈਟ ਦਾ ਬਣਦਾ ਹੈ। 40,000 ਰੁਪਏ ਦੀ ਇੱਕ ਟਿਕਟ ਮਿਲਦੀ ਸੀ ਇੱਕ ਪਾਸੇ ਦੀ ਕੋਵਿਡ ਤੋਂ ਪਹਿਲਾਂ। ਉਹਦੇ ਨਾਲ ਵੀ ਕੰਪਨੀਆਂ 에ਅਰਲਾਈਨਸ ਆਪਣੇ ਪੈਸੇ ਪੂਰੇ ਕਰ ਰਹੀਆਂ ਸਨ। 4 ਗੁਣਾ ਰੇਟ ਨਾਲ ਇਹ ਪੈਸੇ 2 ਮਹੀਨਿਆਂ 'ਚ ਬਣਾ ਰਹੇ ਨੇ। ਕਿ 2 ਮਹੀਨੇ ਲਈ ਉਹ ਸਾਨੂੰ ਪੰਜਾਬ ਤੋਂ ਨਹੀਂ ਦੇ ਸਕਦੇ ਫਲਾਈਟ? ਕਿਉਂ ਨਹੀਂ ਦੇ ਸਕਦੇ? ਉਹਨਾਂ ਨੂੰ ਪਤਾ ਹੈ ਕਿ ਸਾਡੀ ਉੱਥੋਂ ਮਾਰਕੀਟ ਬਣੀ ਹੋਈ ਹੈ ਤੇ ਉੱਥੋਂ ਹੀ ਜਾ ਲੈਣ ਦਿਓ। ਕਾਫੀ ਪੰਜਾਬੀ ਮੈਸੇਜ ਕਰਦੇ ਨੇ, ਕਹਿੰਦੇ ਨੇ ਕਿ ਐਮੀਰੇਟਸ, ਹੋਰ 에ਅਰਲਾਈਨਸ ਜਿਹੜੀਆਂ ਨੇ UAE ਦੀਆਂ, ਇਤਿਹਾਦ, ਟਰਕਿਸ਼, ਇਹ ਵੀ ਟੋਰਾਂਟੋ ਆਉਂਦੀਆਂ ਨੇ, ਵੈਂਕੂਵਰ ਜਾਂਦੀ ਹੈ ਕੁਝ 에ਅਰਲਾਈਨ, ਪਰ ਐਮੀਰੇਟਸ ਵੈਂਕੂਵਰ ਨਹੀਂ ਜਾਂਦੀ, ਇਤਿਹਾਦ ਵੈਂਕੂਵਰ ਨਹੀਂ ਜਾਂਦੀ। ਕਿਉਂ ਨਹੀਂ ਜਾਂਦੀ? ਕਿਉਂਕਿ ਕੈਨੇਡਾ ਦੀ ਸਰਕਾਰ ਵੀ ਕਹਿੰਦੀ ਹੈ ਕਿ ਜੇ ਇਹ ਜਾਣ ਲੱਗ ਪਏ ਤੇ ਵੈਂਕੂਵਰ ਤੋਂ ਦੁਬਈ ਤੇ ਫਿਰ ਦੁਬਈ ਤੋਂ ਹੋਰ ਭਾਰਤ ਦੇ ਜਿਹੜੇ 11 ਹਵਾਈ ਅੱਡੇ ਤੇ ਐਮੀਰੇਟਸ ਜਾਂਦੀ ਹੈ, ਉੱਥੇ ਜਿਹੜੇ ਯਾਤਰੀ ਨੇ ਸਿੱਧਾ ਚੱਲ ਜਿਆ ਕਰਨਗੇ। ਦਿੱਲੀ ਵੱਲ ਨੂੰ ਜਿਹੜੀਆਂ ਸਿੱਧੀਆਂ ਫਲਾਈਟਸ ਨੇ ਉੱਤੇ ਨਹੀਂ ਜਾਣਗੇ। ਸੋ ਇਹ ਕੰਟਰੀਜ਼ ਦਾ ਆਪਣਾ ਵੀ ਹੁੰਦਾ ਹੈ। ਉਹੀ ਗੱਲ ਹੈ ਕਿ ਇਸੇ ਕਾਰਨ ਜਿਹੜੀਆਂ 에ਅਰਲਾਈਨਸ ਨੇ ਹਵਾਈ ਸਮਝੌਤੇ ਹੁੰਦੇ ਨੇ। ਇਹ ਨਹੀਂ ਹੈ ਕਿ ਪੰਜਾਬੀਆਂ ਨੂੰ ਕਹਿ ਦਿੱਤਾ ਜਾਂਦਾ ਹੈ ਲੁਧਿਆਣੇ 에ਅਰਪੋਰਟ ਬਣ ਰਿਹਾ ਹੈ, ਜਲੰਧਰ ਬਣ ਰਿਹਾ ਹੈ, ਹੁਣ ਜਾਓ ਜੀ ਕੈਨੇਡਾ ਵੱਲ ਨੂੰ। ਨਹੀਂ ਜੀ, ਭਾਰਤ ਵਾਲੀਆਂ 에ਅਰਲਾਈਨਸ ਤੇ ਤਿਆਰ ਨਹੀਂ ਨੇ ਤੇ ਵਿਦੇਸ਼ ਵਾਲੀਆਂ ਆ ਨਹੀਂ ਸਕਦੀਆਂ। ਸੋ ਲੋੜ ਹੈ 에ਅਰ ਇੰਡੀਆ ਤੱਕ ਪਹੁੰਚ ਕਰਨ ਦੀ। ਹੁਣ ਨਵੇਂ CEO ਆਏ ਨੇ, ਨਵੀਂ 에ਅਰ ਇੰਡੀਆ ਹੈ, ਜਹਾਜ਼ ਨਵੇਂ ਲੈ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਉੱਤਰੀ ਅਮਰੀਕਾ, ਨਾਰਥ ਅਮਰੀਕਾ ਨੂੰ ਉਹ ਹੋਰ ਫਲਾਈਟਸ ਸ਼ੁਰੂ ਕਰਨੀਆਂ ਚਾਹੁੰਦੇ ਨੇ। ਉਹਦੇ ਵਿੱਚ ਅੰਮ੍ਰਿਤਸਰ ਜੇਕਰ ਅਸੀਂ ਪੂਰਾ ਜ਼ੋਰ ਲਗਾਈਏ, ਉਹਨਾਂ ਨਾਲ ਗੱਲ ਕਰੀਏ, ਤੇ ਲੋੜ ਹੈ ਪੰਜਾਬ ਸਰਕਾਰ ਨੂੰ ਬਿਆਨ ਦੇਣ ਦੀ ਬਜਾਏ ਕਿ ਅਸੀਂ ਚੰਡੀਗੜ੍ਹ ਤੋਂ ਫਲਾਈਟਸ ਲਾ ਰਹੇ ਹਾਂ, ਹਾਈ ਕਮਿਸ਼ਨ ਨਾਲ ਗੱਲ ਕਰ ਰਹੇ ਹਾਂ। ਲੋੜ ਹੈ 에ਅਰ ਇੰਡੀਆ ਨਾਲ ਮੀਟਿੰਗਸ ਕਰਨ ਦੀ, ਉਹਨਾਂ ਨੂੰ ਕਹਿਣ ਦੀ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ 40 ਲੱਖ 20 ਲੱਖ ਜਿੰਨਾ ਘਾਟਾ ਪੈਂਦਾ ਇੱਕ ਫਲਾਈਟ 'ਚ, 3 ਮਹੀਨੇ ਫਲਾਈਟ ਚਲਾਓ। ਜਿਹੜਾ ਘਾਟਾ ਹੈ, ਕੁਝ ਇਨਸੈਂਟਿਵਸ ਜਿਹੜੇ ਨੇ ਅਸੀਂ ਪੂਰੇ ਕਰਾਂਗੇ। 100 ਕਰੋੜ ਇੱਥੇ ਖਰਚ ਰਹੇ ਨੇ ਹਲਵਾਰੇ 에ਅਰਪੋਰਟ ਤੇ। ਚਲੋ ਖਰਚੋ, ਬਣਾ ਲਓ 에ਅਰਪੋਰਟ, ਪਰ ਜੇਕਰ 6 ਮਹੀਨੇ ਲਈ 3 ਮਹੀਨੇ ਲਈ 에ਅਰਲਾਈਨਸ ਨਾਲ ਇਹ ਗੱਲ ਕਰਕੇ ਕੁਝ ਇਨਸੈਂਟਿਵ ਦਿੱਤੇ ਜਾਣ, ਕੋਈ ਗਰਾਊਂਡ ਹੈਂਡਲਿੰਗ ਕਹਿ ਦੇਣ ਅਸੀਂ ਹੈਂਡਲ ਕਰਾਂਗੇ, ਕੁਝ ਕੀਤਾ ਜਾਵੇ, ਤੇ ਇਹ ਫਲਾਈਟਸ ਜਿਹੜੀਆਂ ਨੇ ਚਲਵਾਈਆਂ ਜਾਣ 3 ਮਹੀਨੇ, ਤਾਂ ਜੋ ਪਤਾ ਲੱਗ ਸਕੇ ਕਿ ਇਹ ਟ੍ਰੈਫਿਕ ਪੰਜਾਬ ਦਾ ਹੈ। ਪਤਾ ਤੇ ਹੈ ਜੀ, ਪਰ ਇੱਕ ਵਾਰੀ 에ਅਰਲਾਈਨਸ ਨੂੰ ਜਿਹੜਾ ਹੈ ਇਸ ਦਾ ਜਵਾਬ ਦਿੱਤਾ ਜਾਵੇ। ਆਦਮਪੁਰ ਟਰਮੀਨਲ ਬਣ ਰਿਹਾ ਹੈ, 1500 ਕਰੋੜ ਚੰਡੀਗੜ੍ਹ ਦਾ ਬਣਾਇਆ ਗਿਆ। ਜੇਕਰ ਕੁਝ ਕਰੋੜ 에ਅਰਲਾਈਨ ਨੂੰ ਇਨਸੈਂਟਿਵ ਦੇ ਦੇਣ, 1200 ਰੁਪਇਆ ਪਰ ਪੈਸੰਜਰ ਦਾ 에ਅਰਲਾਈਨ ਨੂੰ 에ਅਰਪੋਰਟ ਨੂੰ ਦੇਣਾ ਪੈਂਦਾ ਹੈ ਟਿਕਟ ਵਿੱਚੋਂ, ਜਿਹਨੂੰ ਅਸੀਂ ਡੋਮੈਸਟਿਕ ਫੀ ਕਹਿੰਦੇ, ਉਹ ਸਾਰੇ 에ਅਰਪੋਰਟਸ ਤੇ ਲੱਗਦੀ ਹੈ। ਕੁਝ ਇਨਸੈਂਟਿਵਸ ਦੇ ਦੇਣ ਕਿ ਅਸੀਂ ਇਹ ਫੀ ਜਿਹੜੀ ਹੈ ਅਸੀਂ ਦੇਵਾਂਗੇ, ਪਰ ਪੈਸੰਜਰ $10 ਦੇਵਾਂਗੇ, ਇੰਨਾ ਕਾਰਗੋ ਦੇਵਾਂਗੇ। ਇਹ ਪਲਾਨ ਲੈ ਕੇ ਉਹਨਾਂ ਕੋਲ ਜਾਣ ਕਿ ਇਹ ਕੀਤਾ ਜਾ ਰਿਹਾ ਹੈ। ਹਰ ਬਿਆਨ ਸੋਸ਼ਲ ਮੀਡੀਆ ਤੇ ਆਉਂਦਾ ਹੈ, ਪਰ ਕਦੀ ਦੇਖਿਆ ਨਹੀਂ, ਬਿਆਨ ਹੀ ਆ ਰਹੇ ਨੇ, ਪਰ ਇੱਕ ਕਿਤੇ ਦਿਖਾਇਆ ਨਹੀਂ ਜਾ ਰਿਹਾ ਕਿ ਕਿਸ ਤਰ੍ਹਾਂ ਗੱਲਬਾਤ ਕੀਤੀ ਜਾ ਰਹੀ ਹੈ। ਖੈਰ, ਫਿਰ ਤੋਂ ਅਸੀਂ ਵੀ ਕੈਨੇਡਾ ਵਿੱਚ ਅਸੀਂ MPs ਨੂੰ ਰਿਕੁਐਸਟ ਕਰਾਂਗੇ ਕਿ ਉਹ ਜੁਆਇੰਟ ਲੈਟਰ ਜ਼ਰੂਰ 에ਅਰ ਇੰਡੀਆ ਨੂੰ ਲਿਖਣ। ਇੰਗਲੈਂਡ ਤੋਂ ਵੀ ਕੁਝ MPs ਨੇ ਕੀਤਾ ਹੈ, ਤੇ ਤਾਂ ਜੋ ਇਹ ਜਿਹੜੀ ਗੱਲ ਹੈ 에ਅਰ ਇੰਡੀਆ ਤੱਕ ਪਹੁੰਚਾਈ ਜਾ ਸਕੇ। UAE ਤੋਂ ਐਮੀਰੇਟਸ, ਉਹ ਜਿਹੜੀਆਂ 에ਅਰਲਾਈਨਸ ਨੇ ਨਹੀਂ ਆ ਸਕਦੀਆਂ, ਤੇ ਇੱਧਰੋਂ ਵਾਲੀਆਂ ਜਾ ਨਹੀਂ ਰਹੀਆਂ। ਸੋ ਇਹ ਕਦੋਂ ਤੱਕ ਖੱਜਲ ਖੁਆਰੀ ਮੁੱਕੇਗੀ? ਇਹ ਜ਼ਰੂਰ ਮੁੱਕੇਗੀ ਜੇਕਰ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕਰਦੇ ਰਵਾਂਗੇ। ਜਦੋਂ ਅੰਮ੍ਰਿਤਸਰ ਬਰਮਿੰਗਮ, ਅੰਮ੍ਰਿਤਸਰ ਲੰਡਨ ਫਲਾਈਟ ਸ਼ੁਰੂ ਹੋਈ 에ਅਰ ਇੰਡੀਆ ਦੀ, 1-2 ਸਾਲ ਪੂਰਾ ਜ਼ੋਰ ਲਗਾਉਣਾ ਪਿਆ, ਡਿਮਾਂਡ ਪਹੁੰਚਾਉਣੀ ਪਈ, ਸ਼ੋਅ ਕਰਨਾ ਪਿਆ ਕਿ ਮਾਰਕੀਟ ਹੈਗੀ ਹੈ। ਹੁਣ ਜੇਕਰ ਲੰਡਨ ਵਾਲਿਆਂ ਨੂੰ ਵੀ ਦਿੱਲੀ ਰਾਹੀਂ ਟਿਕਟ ਮਿਲ ਰਹੀ ਹੈ, ਤੇ ਇਹ ਦੇਖਣ ਆ ਰਿਹਾ ਹੈ ਕਿ ਅਹਿਮਦਾਬਾਦ ਜ਼ਿਆਦਾ ਯਾਤਰੀ ਜਾ ਰਹੇ ਨੇ ਲੰਡਨ ਤੋਂ, 3 ਫਲਾਈਟਾਂ ਹਫ਼ਤੇ ਦੀਆਂ
ਜਦਕਿ ਅੰਮ੍ਰਿਤਸਰ ਘੱਟ ਆ ਰਹੇ ਨੇ। ਜਦੋਂ ਗੱਲ ਕਰਦੇ ਹਾਂ ਕਹਿੰਦੇ ਨੇ ਟਿਕਟਾਂ ਮਹਿੰਗੀਆਂ ਨੇ ਅੰਮ੍ਰਿਤਸਰ ਦੀਆਂ। ਜਦੋਂ ਡਿਮਾਂਡ ਜ਼ਿਆਦਾ ਹੋਏਗੀ 80% ਤੇ ਭਰ ਜਾਏਗੀ, ਪਰ ਬਾਕੀ 20% ਭਰਨ ਲੱਗਿਆ ਕੁਝ ਤੇ ਫਿਰ ਟਿਕਟ ਥੋੜ੍ਹੀ ਮਹਿੰਗੀ ਹੋਏਗੀ। ਸੋ ਉੱਦਾਂ ਬੜਾ ਖਰਚਦੇ ਹਾਂ, ਬਹੁਤ ਥਾਵਾਂ 'ਤੇ ਖਰਚਦੇ ਹਾਂ। ਇਹੀ ਸੋਚ ਲਈਏ ਕਿ ਮੇਲਿਆਂ 'ਤੇ ਖਰਚਦੇ ਹਾਂ, ਹੋਰ 'ਤੇ ਖਰਚਦੇ ਹਾਂ। ਇਹ ਸੋਚ ਲਈਏ ਕਿ ਗੁਰੂ ਰਾਮਦਾਸ ਦੀ ਨਗਰੀ ਨੂੰ ਜਾ ਰਹੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਜਾ ਰਹੇ ਹਾਂ, 100-200 ਵੱਧ ਖਰਚ ਲਿਆ। ਤੇ ਹਾਂਜੀ ਮੰਨਦੇ ਹਾਂ ਜੇ $500,000 ਪਰ ਟਿਕਟ ਮਹਿੰਗਾ ਹੈ, 4 ਨੇ ਜਾਣਾ ਹੈ $4,000, ਪਰ $100-200 ਪਿੱਛੇ ਅਸੀਂ ਇਹ ਕੰਮ ਨਾ ਕਰੀਏ। ਸੋ ਜੇਕਰ ਅੰਮ੍ਰਿਤਸਰ ਤੋਂ ਸਿੱਧਾ ਜਾਣਾ ਹੈ ਦਿੱਲੀ ਰਾਹੀਂ ਨਹੀਂ, ਤੇ ਅੰਮ੍ਰਿਤਸਰ ਤੋਂ ਦੋਹਾ ਤੇ ਦੋਹਾ ਤੋਂ ਟੋਰਾਂਟੋ 에ਅਰ ਕੈਨੇਡਾ ਨੇ ਫਲਾਈਟ ਸ਼ੁਰੂ ਕੀਤੀ ਹੈ, ਸਾਲ ਹੋ ਗਿਆ ਹੈ। ਤੁਸੀਂ 19 ਘੰਟਿਆਂ 'ਚ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਇਸੇ ਤਰ੍ਹਾਂ ਟੋਰਾਂਟੋ ਤੋਂ ਅੰਮ੍ਰਿਤਸਰ ਪਹੁੰਚ ਜਾਓਗੇ। ਸਮਾਨ ਵੀ ਅੰਮ੍ਰਿਤਸਰ ਤੇ ਇਮੀਗ੍ਰੇਸ਼ਨ ਵੀ ਅੰਮ੍ਰਿਤਸਰ। ਸਕੂਟ ਨੇ ਅੰਮ੍ਰਿਤਸਰ ਸਿੰਗਾਪੁਰ ਤੇ ਸਿੰਗਾਪੁਰ ਵੈਂਕੂਵਰ, ਸਿੰਗਾਪੁਰ 에ਅਰਲਾਈਨ ਜਿਹੜੀ ਹੈ ਸਿਰਫ 2 ਘੰਟੇ ਦੇ ਟਾਈਮ ਤੋਂ ਬਾਅਦ ਤੁਹਾਨੂੰ ਫਲਾਈਟ ਦੇ ਰਹੀ ਹੈ। ਦੱਸਿਆ ਸਤੰਬਰ ਦੀਆਂ ਟਿਕਟਾਂ ਨਹੀਂ ਮਿਲ ਰਹੀਆਂ, ਪਰ ਬਾਅਦ ਵਿੱਚ ਮਿਲ ਰਹੀਆਂ ਹੈ ਮਾਰਚ ਦੇ ਐਂਡ ਤੱਕ। ਵਾਪਸੀ ਤੇ ਜ਼ਰੂਰ ਮੁਸ਼ਕਲ ਆ ਰਹੀ ਹੈ ਜਿੱਥੇ ਸਟੇ ਬਹੁਤ ਜ਼ਿਆਦਾ ਹੈ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਜੇ ਤੇ ਤੁਸੀਂ ਸਿਆਟਲ ਤੋਂ ਵੀ ਫਲਾਈਟ ਲੈ ਸਕਦੇ ਜੇ, ਕਤਰ 에ਅਰਵੇਜ਼ ਦੀ ਸਿਆਟਲ ਦੋਹਾ, ਦੋਹਾ ਅੰਮ੍ਰਿਤਸਰ ਤੇ ਸਿੰਗਾਪੁਰ 에ਅਰਲਾਈਨ ਦੀ ਵੀ। ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੋਹਾ, ਦੋਹਾ ਮੌਂਟਰੀਅਲ ਵੀ। ਤੇ ਕੈਨੇਡੀਅਨ ਸਿਟੀਜ਼ਨ ਵਾਇਆ ਅਮਰੀਕਾ ਜਾ ਸਕਦੇ। ਸਟੂਡੈਂਟਸ ਕੋ ਟ੍ਰਾਂਜ਼ਿਟ ਵੀਜ਼ਾ ਨਹੀਂ ਹੁੰਦਾ ਅਮਰੀਕਾ ਦਾ, ਤੇ ਇਸ ਕਰਕੇ ਉਹਨਾਂ ਨੂੰ ਖੱਜਲ ਖੁਆਰੀ ਸੇੜਨੀ ਪੈ ਰਹੀ ਹੈ। ਸੋ ਕਦੋਂ ਮੁੱਕੇਗੀ ਇਹਦਾ ਜਵਾਬ ਜ਼ਰੂਰ ਇੱਕ ਦਿਨ, ਜੇਕਰ ਸਾਡੀ ਅਰਦਾਸ ਅਸੀਂ ਕੋਸ਼ਿਸ਼ਾਂ ਕਰਦੇ ਰਵਾਂਗੇ। ਜੁੜੇ ਰਹੋ ਵੱਧ ਤੋਂ ਵੱਧ। ਵੀਡੀਓ YouTube ਚੈਨਲ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ। ਇੰਨੀ ਵੱਡੀ ਗਿਣਤੀ ਹੋਏਗੀ ਜੇ ਕੋਈ ਅਸੀਂ ਨਵੀਂ ਮੁਹਿੰਮ ਸ਼ੁਰੂ ਕੀਤੀ, ਜਦੋਂ ਸਾਈਨ ਕਰਵਾਏ 15,000 ਆਨਲਾਈਨ ਸਿਗਨੇਚਰ ਹੋਏ, ਮੀਡੀਆ ਨੇ ਸਾਥ ਦਿੱਤਾ। ਤੇ ਇਸੇ ਤਰ੍ਹਾਂ ਜੁੜੇ ਰਹੋ, ਤੁਹਾਡੇ ਲਈ ਜਾਣਕਾਰੀ ਜਿਹੜੀ ਲਿਆਉਂਦੇ ਰਵਾਂਗੇ। ਪਰ ਇਹ ਤਸਵੀਰਾਂ ਬਹੁਤ ਦਰਸਾ ਰਹੀਆਂ ਨੇ ਕਿ ਕਿਵੇਂ ਸਾਡਾ ਸਟੂਡੈਂਟ ਜਿਹੜਾ ਹੈ 12ਵੀਂ ਕਰਕੇ ਜਾ ਰਿਹਾ ਹੈ। ਇਸ ਨੂੰ ਲੋੜ ਹੈ ਨੌਕਰੀਆਂ ਪੰਜਾਬ 'ਚ ਨਿਕਲਣ ਦੀ। ਉਹ ਤਾਂ ਹੀ ਨਿਕਲਣਗੀਆਂ ਜੇਕਰ ਫਲਾਈਟਸ ਵੀ ਸ਼ੁਰੂ ਹੋਣਗੀਆਂ, ਪੰਜਾਬ 'ਚ ਹੋਰ ਕਾਰਗੋ ਬਾਹਰ ਜਾਏਗਾ। ਪੈਸੇ ਜਦੋਂ ਚੰਗੇ ਮਿਲਣਗੇ ਤਾਂ ਕਿਸਾਨ ਵੀ ਜਿਹੜਾ ਹੈ ਖੇਤੀ ਦੂਜੀ ਡਾਇਵਰਸੀਫਾਈ ਕਰਨਗੇ। ਉਹਨਾਂ ਨੂੰ ਖੇਤੀ ਜਿਹੜੀ ਹੈ ਭਿੰਡੀ, ਗੋਭੀ, ਜੋ ਵੀ ਜਿਹੜੀ ਖੇਤੀਬਾੜੀ ਖੇਤੀ ਹੈ ਉਹ ਵਿਦੇਸ਼ ਨੂੰ ਜਾਏਗੀ, ਤੇ ਫਿਰ ਜਿਹੜਾ ਹੈ ਪੰਜਾਬ ਹੋਰ ਖੁਸ਼ਹਾਲ ਹੋਏਗਾ। ਅਸੀਂ ਭਾਵੇਂ ਵਿਦੇਸ਼ ਵਸਦੇ ਹਾਂ, ਪਰ ਸਾਡਾ ਦਿਲ ਵੀ ਜਿਹੜਾ ਹੈ ਪੰਜਾਬ ਲਈ ਧੜਕਦਾ ਹੈ। ਤੇ ਆਓ ਇਕੱਠੇ ਹੋ ਕੇ ਇਸ ਨੂੰ ਅੱਗੇ ਲੈ ਕੇ ਚੱਲੀਏ। ਬਹੁਤ ਬਹੁਤ ਧੰਨਵਾਦ।